Hello students, I'm Sukhvinder Kaur from Department of Economics, GGDST College हरियाणा ਹੁਸ਼ਿਆਰਪੁਰ। ਅੱਜ ਦਾ ਟੌਪਿਕ ਜੋ ਅਸੀਂ ਕਰਨ ਜਾ ਰਹੇ ਹਾਂ ਮੈਨ ਪਾਵਰ ਰਿਸੋਰਸਿਸ ਆਫ ਪੰਜਾਬ। ਕਿਸੇ ਵੀ ਇਕੋਨਮੀ ਦੀ ਪ੍ਰੋਗਰੈਸ ਦੇ ਵਿੱਚ, ਇਕਨੋਮਿਕ ਪ੍ਰੋਗਰੈਸ ਦੇ ਵਿੱਚ ਕਿਸੇ ਵੀ ਇਕੋਨਮੀ ਦੇ ਜੋ ਰਿਸੋਰਸਿਸ ਮੈਨ ਪਾਵਰ ਰਿਸੋਰਸਿਸ ਹੁੰਦੇ ਨੇ ਜਾਂ ਫਿਜ਼ੀਕਲ ਰਿਸੋਰਸਿਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਇਕਨੋਮਿਕ ਪ੍ਰੋਗਰੈਸ ਆਫ ਦਾ ਏਰੀਆ, ਐਨੀ ਏਰੀਆ। ਇੱਥੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਚਾਹੇ ਕੋਈ ਵੀ ਏਰੀਆ ਹੋਵੇ। ਡਿਪੈਂਡਸ ਔਨ ਫਿਜ਼ੀਕਲ ਰਿਸੋਰਸਿਸ ਐਂਡ ਮੈਨ ਪਾਵਰ ਰਿਸੋਰਸਿਸ। ਹਿਊਮਨ ਰਿਸੋਰਸ ਇਜ਼ ਅ ਵਰਕਿੰਗ ਰਿਸੋਰਸ। ਮੈਨ ਪਾਵਰ ਜਿਹੜੇ ਰਿਸੋਰਸਿਸ ਆਪਾਂ ਕਹਿੰਦੇ ਹਾਂ ਜਾਂ ਹਿਊਮਨ ਰਿਸੋਰਸਿਸ ਕਹਿੰਦੇ ਹਾਂ, ਇਹ ਵਰਕਿੰਗ ਰਿਸੋਰਸਿਸ ਹੈਗੇ ਆ। ਇਟ ਇਜ਼ ਵੀ ਆਲ ਐਂਡ ਆਲ ਆਫ ਪ੍ਰੋਡਕਸ਼ਨ ਪ੍ਰੋਸੈਸ ਜਿਹੜੀ ਆ ਉਹਦੇ ਵਿੱਚ ਇਹ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਲੇਬਰ ਤਾਂ ਇੱਕ ਮੇਨ ਫੈਕਟਰ ਆਫ ਪ੍ਰੋਡਕਸ਼ਨ ਆਪਣਾ ਹੈਗਾ ਹੀ ਆ, ਅਤੇ ਇਹ ਜਿਹੜੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਉਹ ਇਹਨਾਂ ਦੇ ਲਈ ਹੀ ਕੀਤੀ ਜਾਂਦੀ ਹੈ। ਜਿਹੜਾ ਪ੍ਰੋਡਕਸ਼ਨ ਦਾ ਯੂਜ਼ ਆ ਉਹ ਵੀ ਜਿਹੜੇ ਇਹੀ ਰਿਸੋਰਸਿਸ ਨੇ, ਮੈਨ ਪਾਵਰ ਰਿਸੋਰਸਿਸ ਨੇ, ਜਾਂ ਅਸੀਂ ਕਹਿ ਦਈਏ ਕਿ ਜਿਹੜੇ ਹਿਊਮਨ ਬੀਇੰਗ ਨੇ ਉਹੀ ਉਸ ਦਾ ਜਿਹੜਾ ਯੂਜ਼ ਆ ਉਹ ਕਰਦੇ ਨੇ। ਪੰਜਾਬ ਜਿਹੜਾ ਕਿ ਨੈਚੁਰਲ ਰਿਸੋਰਸਿਸ ਦੇ ਵਿੱਚ ਪਿੱਛੇ ਹੈਗਾ ਆ। ਨੈਚੁਰਲ ਰਿਸੋਰਸਿਸ ਦੀ ਸਾਡੇ ਕਮੀ ਪਾਈ ਜਾਂਦੀ ਹੈ, ਪਰ ਫਿਰ ਵੀ ਪੰਜਾਬ ਦੇ ਸਰਵਾਈਵਲ ਦਾ ਜਾਂ ਪੰਜਾਬ ਦੀ ਗਰੋਥ ਦਾ ਜਿਹੜਾ ਬੇਸ ਆ, ਜਿਹੜਾ ਰਾਜ ਹੈ, ਹਾਰਡ ਵਰਕਿੰਗ ਐਂਡ ਐਫੀਸ਼ੀਐਂਟ ਪੀਪਲ। ਪੰਜਾਬ ਇੰਡੀਆ ਦੀਆਂ ਰਿਚੈਸਟ ਸਟੇਟਸ ਦੇ ਵਿੱਚੋਂ ਇੱਕ ਸਟੇਟ ਹੈ, ਅਤੇ ਹਾਰਡ ਵਰਕਿੰਗ ਐਂਡ ਐਫੀਸ਼ੀਐਂਟ ਪੀਪਲ ਜਿਹੜੇ ਆ ਉਹ ਇੱਕ ਮੇਨ ਜਿਹੜਾ ਫੀਚਰ ਆ ਪੰਜਾਬ ਦੀ ਇਕੋਨਮੀ ਦਾ। ਅਤੇ ਜਦੋਂ ਅਸੀਂ ਮੈਨ ਪਾਵਰ ਰਿਸੋਰਸਿਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਦੇ ਵਿੱਚ ਕੁਆਂਟੀਟੇਟਿਵ ਅਤੇ ਕੁਆਲੀਟੇਟਿਵ ਆਸਪੈਕਟਸ ਆ ਜਿਹੜੇ ਉਹ ਰਿਸੋਰਸਿਸ ਦੀ ਦੇਖਦੇ ਹਾਂ। ਕੁਆਂਟੀਟੇਟਿਵ ਅਤੇ ਕੁਆਲੀਟੇਟਿਵ ਆਸਪੈਕਟਸ ਜਿਹੜੇ ਆ, ਕੁਆਂਟੀਟੇਟਿਵ ਆਸਪੈਕਟਸ ਦੇ ਵਿੱਚ ਕੁਆਂਟਿਟੀ, ਜਿਸ ਤਰ੍ਹਾਂ ਸਾਈਜ਼ ਆਫ ਪਾਪੂਲੇਸ਼ਨ ਕੀ ਹੈ, ਬਰਥ ਰੇਟ ਕੀ ਆ, ਗਰੋਥ ਰੇਟ ਕੀ ਹੈ, ਅਤੇ ਡੈਥ ਰੇਟ ਕੀ ਹੈ। ਦੈਨ ਕੁਆਲਿਟੀ ਜਿਹੜੀ ਹੈ, ਕੁਆਲੀਟੇਟਿਵ ਆਸਪੈਕਟਸ ਹੈ, ਉਹਦੇ ਵਿੱਚ ਲਿਟਰੇਸੀ ਰੇਟ ਅਤੇ ਆਊਟਲੁੱਕ, ਜੋ ਲੋਕਾਂ ਦਾ ਨਜ਼ਰੀਆ ਜਿਹੜਾ ਉਹ ਕਿਸ ਤਰ੍ਹਾਂ ਦਾ, ਉਹਦੀ ਗੱਲ ਕਰਦੇ ਹਾਂ। ਅਤੇ ਮੇਨ ਫੀਚਰਸ ਜਿਹੜੇ ਮੈਨ ਪਾਵਰ ਰਿਸੋਰਸਿਸ ਦੇ ਨੇ, ਸਭ ਤੋਂ ਪਹਿਲਾਂ ਤਾਂ ਸਾਈਜ਼ ਐਂਡ ਗਰੋਥ ਆਫ ਪਾਪੂਲੇਸ਼ਨ। ਜਿਹੜਾ ਅੱਜ ਅਸੀਂ ਪੰਜਾਬ ਦੇਖਦੇ ਹਾਂ, ਇਹ 1966 ਦੇ ਵਿੱਚ ਫਿਰ ਰੀਆਰਗਨਾਈਜ਼ ਹੋਇਆ। 1 ਨਵੰਬਰ ਨੂੰ ਅਸੀਂ ਪੰਜਾਬ ਡੇ ਸੈਲੀਬਰੇਟ ਕਰਦੇ ਹਾਂ। ਇਹ ਰੀਆਰਗਨਾਈਜ਼ ਹੋਇਆ ਔਨ ਦੀ ਬੇਸ ਆਫ ਲੈਂਗੁਏਜ। ਪੰਜਾਬ ਐਂਡ ਹਰਿਆਣਾ ਸਟੇਟਸ ਆਈਆਂ ਅਤੇ ਥੋੜ੍ਹਾ ਜਿਹਾ ਏਰੀਆ ਜਿਹੜਾ ਹਿਮਾਚਲ ਦੇ ਵਿੱਚ ਚਲਾ ਗਿਆ। ਲੈਂਗੁਏਜ ਬੇਸ ਦੇ ਉੱਤੇ ਇਹ ਫਿਰ ਤੋਂ ਰੀਆਰਗਨਾਈਜ਼ ਹੋਇਆ। ਔਰ ਜੋ ਪਾਪੂਲੇਸ਼ਨ ਦਾ ਸਾਈਜ਼ ਹੈ, ਏਰੀਆ ਪੰਜਾਬ ਦਾ 1.5% ਆਫ ਟੋਟਲ ਏਰੀਆ ਆਫ ਇੰਡੀਆ ਦੇ ਟੋਟਲ ਏਰੀਏ ਦਾ 1.5%, 1.5% ਹੈ। ਅਕੋਰਡਿੰਗ ਟੂ 2011 ਸੈਂਸਸ, ਪੰਜਾਬ ਦੀ ਜਿਹੜੀ ਪਾਪੂਲੇਸ਼ਨ ਹੈ ਉਹ 2.77 ਕਰੋੜਸ ਜਿਹੜੀ ਹੈ ਸੀ। ਅਤੇ ਜੇ ਅਸੀਂ ਹੁਣ ਦੇਖੀਏ ਤਾਂ ਇਹ 2.4% ਆਫ ਦੀ ਟੋਟਲ ਪਾਪੂਲੇਸ਼ਨ ਆਫ ਇੰਡੀਆ ਜਿਹੜੀ ਸੀਗੀ, ਮਤਲਬ 2.77 ਕਰੋੜ ਜਿਹੜੀ ਪਾਪੂਲੇਸ਼ਨ ਸੀ। ਸੈਂਸਸ ਜਿਹੜੇ ਹੋਏ 2011 ਦੇ ਵਿੱਚ, ਅਤੇ ਇੰਡੀਆ ਦੀ ਪਾਪੂਲੇਸ਼ਨ ਦਾ 2.4% ਜਿਹੜਾ ਇਹ ਹੈਗਾ ਸੀ। ਅਤੇ ਜੇ ਆਪਾਂ ਟੇਬਲ ਦੇ ਵਿੱਚ ਦੇਖੀਏ ਤਾਂ 1911 ਦੇ ਵਿੱਚ ਪਾਪੂਲੇਸ਼ਨ 67.3% ਸੀ, ਅਤੇ ਗਰੋਥ ਰੇਟ ਜਿਹੜਾ ਪਾਪੂਲੇਸ਼ਨ ਦਾ ਨੈਗੇਟਿਵ ਦੇ ਵਿੱਚ ਸੀ। ਅਤੇ 1921 ਦੇ ਵਿੱਚ ਗਰੋਥ ਰੇਟ ਪੋਜ਼ੀਟਿਵ ਦੇ ਵਿੱਚ ਹੋ ਗਿਆ, ਪਾਪੂਲੇਸ਼ਨ ਵੀ ਵੱਧ ਗਈ। ਪਾਪੂਲੇਸ਼ਨ ਲਗਾਤਾਰ ਵੱਧਦੀ ਪਈ ਹੈ। ਗਰੋਥ ਰੇਟ ਆ ਜਿਹੜਾ ਫਿਰ 1951 ਦੇ ਵਿੱਚ ਨੈਗੇਟਿਵ ਦੇ ਵਿੱਚ ਗਿਆ ਹੈ, -0.5 ਹੋਇਆ, -0.5%, ਪਰ ਉਸ ਤੋਂ ਬਾਅਦ ਫਿਰ ਪੋਜ਼ੀਟਿਵ ਹੀ ਰਿਹਾ। ਅਤੇ 2011 ਦੇ ਸੈਂਸਸ ਦੇ ਅਕੋਰਡਿੰਗ ਜਿਹੜਾ ਗਰੋਥ ਰੇਟ ਆ ਉਹ 1.4% ਹੈ। ਇਸ ਤੋਂ ਪਹਿਲਾਂ ਇਹ 1981 ਦੇ ਵਿੱਚ ਪਾਪੂਲੇਸ਼ਨ ਦਾ ਗਰੋਥ ਰੇਟ 2.3% ਵੀ ਰਿਹਾ। ਅਤੇ ਨੈਕਸਟ ਜਿਹੜਾ ਇਹਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਬਰਥ ਰੇਟ।
ਗਰੋਥ ਰੇਟ ਤੇ ਨੈਗੇਟਿਵ ਰਿਹਾ 1911 ਦੇ ਵਿੱਚ, ਉਸ ਤੋਂ ਬਾਅਦ ਦੁਬਾਰਾ ਨੈਗੇਟਿਵ ਆ ਜਿਹੜਾ ਰਿਹਾ 1951 ਦੇ ਵਿੱਚ। ਅਦਰਵਾਈਜ਼ ਗਰੋਥ ਰੇਟ ਹੈ ਜਿਹੜਾ ਉਹ ਪੋਜ਼ਿਟਿਵ ਹੀ ਹੈਗਾ ਆ ਔਰ ਲਗਭਗ 2% ਹੀ ਹੈ। ਅਤੇ ਜੇ ਆਪਾਂ 1921 ਦੀ ਗੱਲ ਛੱਡ ਦਈਏ ਤਾਂ ਉਸ ਤੋਂ ਬਾਅਦ ਇਹ ਮੋਰ ਦੈਨ 1% ਰਿਹਾ। ਅਤੇ ਗਰੋਥ ਹੈ ਜਿਹੜੀ ਪਾਪੂਲੇਸ਼ਨ ਦੀ ਉਹਦੇ ਵਿੱਚ ਹਾਇਰ ਬਰਥ ਰੇਟ ਐਂਡ ਲੋਅਰ ਡੈਥ ਰੇਟ ਇਜ਼ ਦਾ ਮੇਨ ਕਾਜ਼ ਆਫ ਗਰੋਥ ਆਫ ਪਾਪੂਲੇਸ਼ਨ। ਮੀਨਸ ਗਰੋਥ ਰੇਟ, ਅਸੀਂ ਪਾਪੂਲੇਸ਼ਨ ਦੇ ਗਰੋਥ ਰੇਟ ਦੀ ਵਾਰ-ਵਾਰ ਗੱਲ ਕਰਦੇ ਪਏ ਹਾਂ। ਜਿਹੜਾ ਪਾਪੂਲੇਸ਼ਨ ਦਾ ਗਰੋਥ ਰੇਟ ਸਾਡੇ ਕੋਲ ਪੋਜ਼ੀਟਿਵ ਦੇ ਵਿੱਚ ਹੀ ਆ ਰਿਹਾ। ਇਹਦਾ ਜਿਹੜਾ ਪੋਜ਼ੀਟਿਵ ਗਰੋਥ ਰੇਟ ਜਾਂ ਮੋਰ ਦੈਨ 1% ਗਰੋਥ ਰੇਟ ਹੀ ਆ ਰਿਹਾ ਲਗਾਤਾਰ। ਇਹਦਾ ਜਿਹੜਾ ਮੇਨ ਕਾਰਨ ਹੈ ਉਹਦੇ ਵਿੱਚ ਦੋ ਜਿਹੜੇ ਮੇਨ ਕਾਰਨ ਆ, ਇੱਕ ਬਰਥ ਰੇਟ ਦਾ ਘੱਟ ਹੋਣਾ ਅਤੇ ਬਰਥ ਰੇਟ ਦਾ ਜ਼ਿਆਦਾ ਹੋਣਾ ਅਤੇ ਡੈਥ ਰੇਟ ਦਾ ਘੱਟ ਹੋਣਾ। ਬਰਥ ਰੇਟ ਦਾ ਜ਼ਿਆਦਾ ਹੋਣਾ ਅਤੇ ਡੈਥ ਰੇਟ ਦਾ ਘੱਟ ਹੋਣਾ, ਇਹ ਦੋ ਕਾਊਜ਼ਜ਼ ਹੈਗੇ ਆ ਪਾਪੂਲੇਸ਼ਨ ਗਰੋਥ ਜਿਹੜੀ ਹੋਈ ਹੈ। ਬਰਥ ਰੇਟ ਆ ਜਿਹੜਾ, ਇਹ ਕੀ ਹੁੰਦਾ ਹੈ? ਬਰਥ ਰੇਟ ਮੀਨਸ ਨੰਬਰ ਆਫ ਚਿਲਡਰਨ ਬੋਰਨ ਪਰ 1000 ਇਨ ਅ ਈਅਰ। 1000 ਦੇ ਪਿੱਛੇ 1000 ਦੇ ਪਿੱਛੇ ਕਿੰਨੇ ਜਿਹੜੇ ਬੱਚੇ ਆ ਉਹਨਾਂ ਦਾ ਬਰਥ ਹੋ ਰਿਹਾ। ਬਰਥ ਰੇਟ ਮੀਨਸ ਨੰਬਰ ਆਫ ਚਿਲਡਰਨ ਬੋਰਨ ਪਰ 1000 ਇਨ ਅ ਈਅਰ। ਐਂਡ ਜੋ ਡੈਥ ਰੇਟ ਹੁੰਦਾ ਹੈ, ਡੈਥ ਰੇਟ ਮੀਨਸ ਨੰਬਰ ਆਫ ਚਿਲਡਰਨ ਡਾਈਡ ਪਰ 1000 ਇਨ ਅ ਈਅਰ। ਅਤੇ ਬਰਥ ਰੇਟ ਜਿਹੜਾ ਆ ਉਹ ਲਗਾਤਾਰ ਜ਼ਿਆਦਾ ਰਿਹਾ ਅਤੇ ਜਿਹੜਾ ਡੈਥ ਰੇਟ ਆ ਉਹ ਲਗਾਤਾਰ ਘੱਟ ਰਿਹਾ। ਡੈਥ ਰੇਟ ਦੇ ਘੱਟ ਰਹਿਣ ਦੇ ਵਿੱਚ ਇਹਦੇ ਵਿੱਚ ਇਹ ਆ ਕਿ ਸਾਡਾ ਜਿਹੜਾ ਪੰਜਾਬ ਆ ਇੱਕ ਰਿਚੈਸਟ ਸਟੇਟਸ ਦੇ ਵਿੱਚੋਂ ਇੱਕ ਸਟੇਟ ਹੈ। ਹੈਲਥ ਫੈਸਿਲਿਟੀਜ਼ ਜਿਹੜੀਆਂ ਲਗਾਤਾਰ ਵਧੀਆਂ ਗਈਆਂ, ਜਿਸ ਤਰ੍ਹਾਂ ਈਅਰ ਬਾਈ ਈਅਰ ਹੈ ਜਿਹੜਾ ਹੈਲਥ ਡਿਪਾਰਟਮੈਂਟ ਆ ਇੰਪਰੂਵ ਕਰਦਾ ਰਿਹਾ। ਹੈਲਥ ਫੈਸਿਲਿਟੀਜ਼ ਦੇ ਵਧਣ ਦੇ ਨਾਲ ਡੈਥ ਰੇਟ ਲਗਾਤਾਰ ਘੱਟਦਾ ਰਿਹਾ। ਬਰਥ ਰੇਟ ਦੇ ਵਿੱਚ ਕਮੀ ਨਾ ਹੋਣ ਦੇ ਕਰਕੇ ਜਿਹੜਾ ਗਰੋਥ ਰੇਟ ਆ, ਪਾਪੂਲੇਸ਼ਨ ਦੀ ਜਿਹੜੀ ਗਰੋਥ ਹੈ ਉਹ ਬਹੁਤ ਜ਼ਿਆਦਾ ਹੋ ਗਈ। ਜਿਸ ਤਰ੍ਹਾਂ 1970 ਦੇ ਵਿੱਚ ਜਿਹੜਾ ਟੋਟਲ ਪਾਪੂਲੇਸ਼ਨ ਸੀ ਉਹ ਬਰਥ ਰੇਟ ਸੀ ਜਿਹੜਾ 33.8%, ਬਹੁਤ ਜ਼ਿਆਦਾ ਸੀ। ਐਂਡ ਜਿਹੜਾ ਡੈਥ ਰੇਟ ਸੀ 1970 ਦੇ ਵਿੱਚ ਉਹ 11.4%, 11.4% ਸੀ। ਅਤੇ 2011 ਦੀ ਗੱਲ ਕਰੀਏ ਤਾਂ ਬੇਸ਼ੱਕ ਬਿਨਾਂ ਸ਼ੱਕ ਬਰਥ ਰੇਟ ਜਿਹੜਾ ਘਟਿਆ 16.2% ਹੋਇਆ, ਪਰ ਇਹਦੇ ਵਿੱਚ ਡੈਥ ਰੇਟ ਦੇ ਵਿੱਚ ਵੀ ਇੰਪਰੂਵਮੈਂਟ ਹੋਈ ਹੈ। ਉਹਦੇ ਵਿੱਚ ਵੀ ਕਮੀ ਆਈ ਹੈ, ਉਹ ਵੀ 6.8% ਰਿਹਾ। ਇਸ ਲਈ ਲਗਾਤਾਰ ਇਹਦੇ ਵਿੱਚ ਇਹੀ ਰਿਹਾ ਕਿ ਸਾਡਾ ਜਿਹੜਾ ਬਰਥ ਰੇਟ ਆ ਉਹ ਵੀ ਜ਼ਿਆਦਾ ਰਿਹਾ ਅਤੇ ਡੈਥ ਰੇਟ ਆ ਜਿਹੜਾ ਲਗਾਤਾਰ ਉਹਦੇ ਵਿੱਚ ਇੰਪਰੂਵਮੈਂਟ ਆਉਂਦੀ ਰਹੀ। ਮੀਨਸ ਉਹ ਲਗਾਤਾਰ ਘਟਦਾ ਪਿਆ। ਵੈਸੇ ਹੈ ਇਹ ਪੋਜ਼ੀਟਿਵ ਫੈਕਟਰ, ਪਰ ਕਿਉਂਕਿ ਆਪਾਂ ਗਰੋਥ ਆਫ ਪਾਪੂਲੇਸ਼ਨ ਦੀ ਗੱਲ ਕਰ ਰਹੇ ਹਾਂ ਅਤੇ ਉਹ ਇਸ ਕਰਕੇ ਆਪਾਂ ਕਹਿ ਰਹੇ ਹਾਂ ਕਿ ਡੈਥ ਰੇਟ ਜਿਹੜਾ ਉਹ ਘੱਟ ਰਿਹਾ ਅਤੇ ਉਹਦੇ ਕਰਕੇ ਜਿਹੜਾ ਪਾਪੂਲੇਸ਼ਨ ਦੀ ਗਰੋਥ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਦੇਖਣ ਨੂੰ ਮਿਲੀ ਹੈ। ਕਾਜ਼ਸ ਜਿਹੜੇ ਇਨਕਰੀਜ਼ ਇਨ ਪਾਪੂਲੇਸ਼ਨ ਇਨ ਪੰਜਾਬ, ਕਾਜ਼ਸ ਦੇ ਵਿੱਚ ਉਹੀ ਹੈ। ਸਭ ਤੋਂ ਪਹਿਲਾਂ ਤਾਂ ਬਰਥ ਰੇਟ ਦਾ ਜ਼ਿਆਦਾ ਹੋਣਾ, ਦੂਸਰਾ ਰੂਰਲ ਪਾਪੂਲੇਸ਼ਨ ਬਹੁਤ ਹੈ। ਰੂਰਲ ਪਾਪੂਲੇਸ਼ਨ ਜਿਹੜੀ ਆ ਬਹੁਤ ਜ਼ਿਆਦਾ ਇਲਿਟਰੇਟ ਆ ਅਤੇ ਇੱਕ ਆਪਣੇ ਪੁਰਾਣੇ ਕਸਟਮਸ ਨੂੰ, ਪੁਰਾਣੇ ਟਰਡੀਸ਼ਨਸ ਨੂੰ ਫੋਲੋ ਕਰਦੇ ਆ। ਅਤੇ ਉਸ ਤੋਂ ਬਾਅਦ ਯੂਨੀਵਰਸੈਲਿਟੀ ਆਫ ਦੀ ਮੈਰਿਜਸ ਆਰ ਪਰਫੋਰਮਡ ਐਟ ਅਰਲੀ ਏਜ ਇਨ ਰੂਰਲ ਏਰੀਆਜ਼, ਉਹਦੇ ਕਰਕੇ ਬਰਥ ਰੇਟ ਜ਼ਿਆਦਾ ਹੈ। ਉਸ ਤੋਂ ਬਾਅਦ ਇਲਿਟਰੇਸੀ, ਫਿਰ ਇਸ ਤੋਂ ਇਲਾਵਾ ਮਾਈਗ੍ਰੇਟਰੀ ਲੇਬਰ ਬਹੁਤ ਹੈ। ਯੂਪੀ, ਬਿਹਾਰ, ਝਾਰਖੰਡ ਤੋਂ ਬਹੁਤ ਜ਼ਿਆਦਾ ਮਾਈਗ੍ਰੇਟਰੀ ਲੇਬਰ ਹੈ ਜਿਹੜੀ ਉਹ ਆ ਰਹੀ ਹੈ ਪੰਜਾਬ ਦੇ ਵਿੱਚ। ਅਤੇ ਡੈਥ ਰੇਟ ਦੇ ਵਿੱਚ ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਲਗਾਤਾਰ ਕਮੀ ਆਈ ਹੈ, ਜਿਹਦੇ ਕਰਕੇ ਪੰਜਾਬ ਦੇ ਵਿੱਚ ਪਾਪੂਲੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋਈ ਆ। ਉਸ ਤੋਂ ਬਾਅਦ ਨੈਕਸਟ ਹੈ ਡੈਂਸਿਟੀ ਆਫ ਪਾਪੂਲੇਸ਼ਨ। ਨੈਕਸਟ ਫੀਚਰ ਜਿਹੜਾ ਮੈਨ ਪਾਵਰ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ, ਮੈਨ ਪਾਵਰ ਰਿਸੋਰਸਿਸ ਦੇ ਵਿੱਚ ਡੈਂਸਿਟੀ ਆਫ ਪਾਪੂਲੇਸ਼ਨ ਮੀਨਸ ਐਵਰੇਜ ਨੰਬਰ ਆਫ ਪੀਪਲ ਲਿਵਿੰਗ ਪਰ ਸਕੁਏਅਰ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਜਿਹੜੇ ਆ ਉਹ ਰਹਿ ਰਹੇ ਆ। ਡੈਂਸਿਟੀ ਆਫ ਪਾਪੂਲੇਸ਼ਨ ਆਪਾਂ ਕੈਲਕੂਲੇਟ ਕਰਦੇ ਹਾਂ ਟੋਟਲ ਪਾਪੂਲੇਸ਼ਨ ਬਾਏ ਟੋਟਲ ਏਰੀਆ। ਅਤੇ 2011 ਸੈਂਸਸ ਦੇ ਅਕੋਰਡਿੰਗ ਪੰਜਾਬ ਦੇ ਵਿੱਚ ਜੋ ਡੈਂਸਿਟੀ ਆਫ ਪਾਪੂਲੇਸ਼ਨ ਆ 482 ਆ। ਮੀਨਸ ਪਰ ਸਕੁਏਅਰ ਕਿਲੋਮੀਟਰ ਦੇ ਵਿੱਚ 482 ਲੋਕ ਜਿਹੜੇ ਆ ਉਹ ਰਹਿ ਰਹੇ ਆ। ਅਤੇ ਲੁਧਿਆਣਾ ਜਿਹੜਾ ਆ ਉੱਥੇ ਡੈਂਸਿਟੀ ਹੈ ਜਿਹੜੀ ਉਹ ਮੈਕਸੀਮਮ 1975 ਆ ਅਤੇ ਮੁਕਤਸਰ ਦੇ ਵਿੱਚ ਲੋਐਸਟ ਹੈ 297 ਹੈ।
ਡੈਂਸਿਟੀ ਦੇ ਵਿੱਚ ਵੇਰੀਏਸ਼ਨਸ ਆ, ਮੀਨਸ ਇੱਕ ਸਟੇਟ ਡਿਸਟ੍ਰਿਕਟਸ ਦੇ ਵਿੱਚ ਬਹੁਤ ਜ਼ਿਆਦਾ ਹੈ ਅਤੇ ਇੱਕ ਦੇ ਵਿੱਚ ਘੱਟ ਆ। ਇਹਦੇ ਵਿੱਚ ਕਲਾਈਮੇਟ ਮੇਨ ਰੀਜ਼ਨ ਹੋ ਸਕਦਾ। ਦੈਨ ਇਰੀਗੇਸ਼ਨ ਫੈਸਿਲਿਟੀਜ਼, ਜਿੱਥੇ ਇਰੀਗੇਸ਼ਨ ਫੈਸਿਲਿਟੀਜ਼ ਵਧੀਆ ਹੈ, ਐਗਰੀਕਲਚਰ ਵਧੀਆ, ਉੱਥੇ ਮਾਈਗ੍ਰੇਟਰੀ ਲੇਬਰ ਜ਼ਿਆਦਾ ਆਏਗੀ। ਜਿੱਥੇ ਇੰਡਸਟਰੀ ਵਧੀਆ ਹੈ ਲਾਈਕ ਲੁਧਿਆਣਾ ਐਂਡ ਜਲੰਧਰ, ਉੱਥੇ ਮਾਈਗ੍ਰੇਟਰੀ ਲੇਬਰ ਜ਼ਿਆਦਾ ਪਾਈ ਜਾਏਗੀ। ਸਿਕਿਉਰਿਟੀ ਆਫ ਲਾਈਫ ਐਂਡ ਪ੍ਰੋਪਰਟੀ ਜਿੱਥੇ ਹੋਏਗੀ ਉੱਥੇ ਵੀ ਡੈਂਸਿਟੀ ਜ਼ਿਆਦਾ ਪਾਈ ਜਾਏਗੀ, ਉੱਥੇ ਜ਼ਿਆਦਾ ਲੋਕ ਲੈਣਾ ਪਸੰਦ ਕਰਨਗੇ। ਰੇਨ ਜਿਹੜੀ ਆ ਉਹ ਵੀ ਇੱਕ ਮੇਨ ਕਾਰਨ ਹੈ ਡੈਂਸਿਟੀ ਦਾ। ਰੇਨ ਐਡਿਕੁਏਟ ਹੋ ਜਾਂਦੀ ਹੈ, ਜਿਹਦੇ ਕਰਕੇ ਐਗਰੀਕਲਚਰ ਆ ਜਿਹੜਾ ਉਹ ਪ੍ਰਮੋਟ ਹੋ ਰਿਹਾ। ਫੋਰੈਸਟ ਜਿੱਥੇ ਹੋਣਗੇ ਉਹਨਾਂ ਏਰੀਆਜ਼ ਦੇ ਵਿੱਚ ਫੋਰੈਸਟਰੀ ਜਿੱਥੇ ਜ਼ਿਆਦਾ ਹੋਏਗੀ ਉੱਥੇ ਡੈਂਸਿਟੀ ਹੈ ਜਿਹੜੀ ਪਾਪੂਲੇਸ਼ਨ ਦੀ ਘੱਟ ਹੋਏਗੀ। ਅਤੇ ਫੋਰਮੇਸ਼ਨ ਆਫ ਲੈਂਡ ਕਿਸ ਤਰ੍ਹਾਂ ਦੀ ਹੈ, ਜੇ ਫੋਰਮੇਸ਼ਨ ਆਫ ਲੈਂਡ ਵਧੀਆ ਨਹੀਂ ਹੈ, ਹਿੱਲੀ ਏਰੀਆ ਹੈ, ਤਾਂ ਉੱਥੇ ਬਿਨਾਂ ਸ਼ੱਕ ਪਲੇਨਸ ਦੇ ਮੁਕਾਬਲੇ ਪਾਪੂਲੇਸ਼ਨ ਘੱਟ ਹੋਏਗੀ। ਅਤੇ ਕੈਪੀਟਲ, ਜੇ ਇੰਪਲਾਈਮੈਂਟ ਇਨ ਗੌਰਮੈਂਟ ਆਫਿਸਿਸ ਮੀਨਸ ਜਿੱਥੇ ਗੌਰਮੈਂਟ ਆਫਿਸਿਸ ਜ਼ਿਆਦਾ ਹੋਣਗੇ, ਬਿਨਾਂ ਸ਼ੱਕ ਉੱਥੇ ਜਿਹੜੀ ਡੈਂਸਿਟੀ ਹੈ ਪਾਪੂਲੇਸ਼ਨ ਦੀ ਜਿਹੜੀ ਡੈਂਸਿਟੀ ਹੈ ਉਹ ਜ਼ਿਆਦਾ ਹੋਏਗੀ। ਨੈਕਸਟ ਜਿਹੜਾ ਟੋਪਿਕ ਹੈ ਉਹ ਹੈ ਇਹਦੇ ਵਿੱਚ ਲਿਟਰੇਸੀ ਰੇਟ। ਲਿਟਰੇਸੀ ਰੇਟ ਮੀਨਸ ਨੰਬਰ ਆਫ ਪੀਪਲ ਹੂ ਕੈਨ ਰੀਡ ਐਂਡ ਰਾਈਟ ਪਰ 100%। ਰੀਡ ਐਂਡ ਰਾਈਟ ਉਹਨਾਂ ਨੂੰ ਆਪਾਂ ਲਿਟਰੇਟ ਲੋਕ ਮੰਨਦੇ ਹਾਂ, ਜਿਹੜੇ ਰੀਡ ਐਂਡ ਰਾਈਟ ਕਰ ਸਕਦੇ ਆ ਪਰ 100%। ਲਿਟਰੇਸੀ ਰੇਟ ਮੀਨਸ ਲਿਟਰੇਟ ਪਾਪੂਲੇਸ਼ਨ ਡਿਵਾਈਡਡ ਬਾਈ ਟੋਟਲ ਪਾਪੂਲੇਸ਼ਨ ਇਨਟੂ 100। ਤਾਂ ਇੰਡੀਆ ਦਾ ਜਿਹੜਾ ਲਿਟਰੇਸੀ ਰੇਟ ਹੈ ਉਹ 65.38% ਹੈ, ਜਦ ਕਿ ਪੰਜਾਬ ਦਾ 69.95, ਲਗਭਗ 70%। ਪੰਜਾਬ ਦਾ ਜਿਹੜਾ ਲਿਟਰੇਸੀ ਰੇਟ ਬੇਸ਼ੱਕ ਇੰਡੀਆ ਵਾਲੇ ਲਿਟਰੇਸੀ ਰੇਟ ਤੋਂ ਜ਼ਿਆਦਾ, ਬਟ ਕੇਰਲਾ ਦੇ ਲਿਟਰੇਸੀ ਰੇਟ ਜਿਹੜਾ 91% ਦੇ ਨੇੜੇ ਤੇੜੇ ਆ, ਉਹਦੇ ਨਾਲੋਂ ਘੱਟ ਹੈ। ਪਰ ਬਿਹਾਰ ਦੇ ਵਿੱਚ ਸਭ ਤੋਂ ਘੱਟ ਜਿਹੜਾ ਲਿਟਰੇਸੀ ਰੇਟ ਆ ਉਹਦੇ ਮੁਕਾਬਲੇ ਪੰਜਾਬ ਦਾ ਲਿਟਰੇਸੀ ਰੇਟ ਆ ਜਿਹੜਾ ਉਹ ਜ਼ਿਆਦਾ ਆ। ਮੀਨਸ ਪੰਜਾਬ 10th ਸਟੇਟ ਆ ਇੰਡੀਅਨ ਸਟੇਟਸ ਦੇ ਵਿੱਚ। ਜੇ ਆਪਾਂ ਲਿਟਰੇਸੀ ਵਾਈਜ਼ ਦੇਖੀਏ ਤਾਂ ਪੰਜਾਬ ਜਿਹੜਾ ਉਹ 10th ਸਟੇਟ ਹੈਗਾ। ਮੀਨਸ ਜੇ ਹਿਊਮਨ ਪਾਵਰ ਰਿਸੋਰਸਿਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਿਟਰੇਸੀ ਰੇਟ ਵੀ ਕਾਫੀ ਵਧੀਆ ਜਿਹੜਾ ਉਹ ਹੈਗਾ। ਉਸ ਤੋਂ ਬਾਅਦ ਸੈਕਸ ਰੇਸ਼ੋ। ਸੈਕਸ ਰੇਸ਼ੋ ਮੀਨਸ ਨੰਬਰ ਆਫ ਫੀਮੇਲ ਪਰ 1000 ਮੇਲਸ। 1000 ਮੇਲਸ ਦੇ ਪਿੱਛੇ ਕਿੰਨੀਆਂ ਫੀਮੇਲਸ ਜਿਹੜੀਆਂ ਉਹ ਹੈਗੀਆਂ। 2001 ਦੇ ਸੈਂਸਸ ਦੇ ਅਕੋਰਡਿੰਗ 874 ਫੀਮੇਲਸ ਸੀ ਪਰ 1000 ਮੇਲਸ ਦੇ ਮੁਕਾਬਲੇ। ਤੋ ਇੰਡੀਆ ਦੇ ਵਿੱਚ 1933 ਸੀ। ਮੀਨਸ ਇੱਥੇ ਦੇਖਿਆ ਜਾਵੇ ਤਾਂ ਇੰਡੀਆ ਦੇ ਨਾਲੋਂ ਜਿਹੜੀ ਪੰਜਾਬ ਦੀ ਪੋਜੀਸ਼ਨ ਆ ਉਹ ਘਟੀਆ ਆ। ਉਹ ਪੋਜੀਸ਼ਨ ਕੋਈ ਬਹੁਤੀ ਵਧੀਆ ਨਹੀਂ ਹੈ। ਇੰਡੀਆ ਦੇ ਵਿੱਚ ਜਿਹੜੀ ਸੈਕਸ ਰੇਸ਼ੋ ਹੈ ਉਹ 933 ਹੈ ਅਤੇ ਪੰਜਾਬ ਦੇ ਵਿੱਚ 874 ਹੈ। ਬਟ ਕੇਰਲਾ ਦੇ ਵਿੱਚ 1057 ਪਰ 1000 ਮੇਲਸ ਹੈ। ਮੀਨਸ ਕੇਰਲਾ ਦੇ ਵਿੱਚ ਜ਼ਿਆਦਾ ਹੈ। ਅਤੇ ਇਹਦੇ ਵਿੱਚ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਆ, ਜਿਹਦੇ ਵਿੱਚ ਡੈਥ ਰੇਟ ਦੇ ਵਿੱਚ ਕਮੀ ਜਾਂ ਹੈਲਥ ਕੇਅਰ ਫੈਸਿਲਿਟੀਜ਼ ਦੇ ਵਿੱਚ ਜਾਂ ਅਡੋਪਸ਼ਨ ਆਫ ਦੀ ਫੈਮਿਲੀ ਪਲੈਨਿੰਗ, ਇਹਨਾਂ ਸਾਰੇ ਕਾਰਨਾਂ ਦੇ ਕਰਕੇ ਵੀ ਇਸ ਰੇਟ ਦੇ ਵਿੱਚ ਜਿਹੜੀ ਇਹ ਕਮੀ ਜਿਹੜੀ ਹੋ ਸਕਦੀ ਹੈ। ਉਸ ਤੋਂ ਬਾਅਦ ਅਰਬਨਾਈਜੇਸ਼ਨ, ਸ਼ਹਿਰੀਕਰਨ ਕਿੰਨਾ ਹੋਇਆ। ਟੈਂਡੈਂਸੀ ਆਫ ਪਰਸਨਸ ਟੂ ਸੈਟਲ ਡਾਊਨ ਇਨ ਅਰਬਨ ਏਰੀਆਜ਼ ਇਜ਼ ਕਾਲਡ ਅਰਬਨਾਈਜੇਸ਼ਨ। ਜਿਹੜੇ ਲੋਕ ਅਰਬਨ ਏਰੀਆ ਦੇ ਵਿੱਚ ਕਿੰਨੇ ਪਰਸੈਂਟ ਜਿਹੜੇ ਲੋਕ ਆ ਉਹ ਸੈਟਲ ਹੋਣਾ ਚਾਹੁੰਦੇ ਆ। ਅਤੇ 2011 ਦੇ ਅਕੋਰਡਿੰਗ ਪੰਜਾਬ ਦੇ ਵਿੱਚ 62.5% ਜਿਹੜੇ ਲੋਕ ਆ ਉਹ ਪਿੰਡਾਂ ਦੇ ਵਿੱਚ ਰਹਿ ਰਹੇ ਆ ਐਂਡ 37.49% ਲੋਕ ਜਿਹੜੇ ਸਿਟੀਜ਼ ਦੇ ਵਿੱਚ ਰਹਿ ਰਹੇ ਆ। ਅਤੇ ਪੰਜਾਬ ਦੇ ਵਿੱਚੋਂ ਲੁਧਿਆਣਾ ਦੇ ਵਿੱਚ ਹਾਈਐਸਟ ਪਰਸੈਂਟੇਜ ਪਾਪੂਲੇਸ਼ਨ ਆ, ਜਿਹੜੀ ਅਰਬਨ ਪਾਪੂਲੇਸ਼ਨ ਆ, ਹਾਈਐਸਟ ਪਰਸੈਂਟੇਜ ਜਿਹੜੀ ਆ ਪੰਜਾਬ ਦੇ ਵਿੱਚ ਲੁਧਿਆਣਾ 'ਚ। ਉਹਦਾ ਸ਼ਾਇਦ ਇੱਕ ਜਿਹੜਾ ਮੇਨ ਕਾਰਨ ਆ ਉਹ ਇੰਡਸਟਰੀਲਾਈਜੇਸ਼ਨ ਹੀ ਆ। ਅਤੇ ਅਰਬਨਾਈਜੇਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਅਰਬਨਾਈਜੇਸ਼ਨ ਦੇ ਕਾਰਨ ਹੋ ਸਕਦੇ। ਇੱਕ ਤਾਂ ਪਾਰਟੀਸ਼ਨ ਤੋਂ ਬਾਅਦ ਲੋਕ ਜਿਹੜੇ ਮਾਈਗਰੇਟ ਹੋ ਕੇ ਆਏ ਅਤੇ ਆਮ ਕਰਕੇ ਉਹ ਸ਼ਹਿਰਾਂ ਦੇ ਵਿੱਚ ਹੀ ਰਹਿ ਗਏ। ਅਤੇ ਬੈਕਵਰਡ ਵਿਲੇਜਸ ਆ ਜਿਹੜੇ, ਉੱਥੇ ਲੋਕ ਐਜੂਕੇਸ਼ਨ ਦੀਆਂ ਫੈਸਿਲਿਟੀਜ਼ ਘੱਟ ਹੋਣ ਕਰਕੇ, ਮੈਡੀਕਲ ਜਾਂ ਐਂਟਰਟੇਨਮੈਂਟ ਫੈਸਿਲਿਟੀਜ਼ ਘੱਟ ਹੋਣ ਦੇ ਕਰਕੇ ਸ਼ਿਫਟ ਕਰ ਜਾਂਦੇ ਆ। ਜਾਂ ਫਿਰ ਪਿੰਡਾਂ ਦੇ ਵਿੱਚ ਕਿਉਂਕਿ ਇੰਡਸਟਰੀਲਾਈਜੇਸ਼ਨ ਨਹੀਂ ਹੈ ਅਤੇ ਇੰਡਸਟਰੀ ਹੈ ਜਿਹੜੀ ਅਮੂਮਨ ਸ਼ਹਿਰਾਂ ਦੇ ਵਿੱਚ ਜਿਹੜੀ ਆ ਲੱਗਦੀ ਆ ਲਾਈਕ ਲੁਧਿਆਣਾ ਐਂਡ ਜਲੰਧਰ, ਅਤੇ ਲੋਕ ਉੱਥੇ ਮਾਈਗਰੇਟ ਕਰ ਜਾਂਦੇ ਆ। ਟਰਾਂਸਪੋਰਟ ਫੈਸਿਲਿਟੀਜ਼ ਘੱਟ ਹੋਣ ਦੇ ਕਰਕੇ ਵੀ ਕਈ ਵਾਰ ਲੋਕ ਮਾਈਗਰੇਟ ਕਰ ਜਾਂਦੇ ਆ ਕਿ ਡੇਲੀ ਅਪ ਡਾਊਨ ਸ਼ਾਇਦ ਉਹ ਪੋਸੀਬਲ ਨਹੀਂ ਹੋਏਗਾ ਅਤੇ ਲੋਕ ਜਿਹੜੇ ਆ ਉਹ ਮਾਈਗਰੇਟ ਹੋ ਜਾਂਦੇ ਆ। ਨੈਕਸਟ ਜਿਹੜਾ ਫੀਚਰ ਮੈਨ ਪਾਵਰ ਰਿਸੋਰਸਿਸ ਦਾ ਪੰਜਾਬ ਦੇ ਵਿੱਚ ਉਹ ਹੈ ਓਕਿਊਪੇਸ਼ਨਲ ਡਿਸਟਰੀਬਿਊਸ਼ਨ ਆਫ ਪਾਪੂਲੇਸ਼ਨ। ਓਕਿਊਪੇਸ਼ਨਲ ਡਿਸਟਰੀਬਿਊਸ਼ਨ ਆਫ ਪਾਪੂਲੇਸ਼ਨ ਮੀਨਸ ਡਿਫਰੈਂਟ ਓਕਿਊਪੇਸ਼ਨਸ ਅਡੋਪਟਡ ਬਾਈ ਦੀ ਪੀਪਲ ਰਿਜ਼ਾਈਡਿੰਗ ਇਨ ਅ ਸਟੇਟ। ਇੱਕ ਸਟੇਟ ਦੇ ਵਿੱਚ ਜਿਹੜੇ ਲੋਕ ਰਹਿੰਦੇ ਪਏ ਆ ਉਹ ਕਿਹੜੇ ਓਕਿਊਪੇਸ਼ਨਸ ਆ, ਜਿਹੜੇ ਕਿੱਤੇ ਆ,
ਕਿਹੜੇ ਅਡੋਪਟ ਕਰਦੇ ਪਏ ਆ। ਇਹਦੇ ਵਿੱਚ ਆਕਿਊਪੇਸ਼ਨਸ 3 ਹੁੰਦੇ ਆ ਬੇਸਿਕਲੀ, 3 ਤਰ੍ਹਾਂ ਦੇ ਹੁੰਦੇ ਆ ਬੇਸਿਕਲੀ, ਪ੍ਰਾਇਮਰੀ, ਸੈਕੰਡਰੀ ਜਾਂ ਟਰਸ਼ਰੀ। ਪ੍ਰਾਇਮਰੀ ਸੈਕਟਰ ਦੇ ਵਿੱਚ ਜਿਹੜੇ ਲੋਕ ਐਗਰੀਕਲਚਰ ਦੇ ਵਿੱਚ ਜਾਂ ਐਗਰੀਕਲਚਰ ਐਂਡ ਐਗਰੀਕਲਚਰਲ ਅਲਾਈਡ ਐਕਟੀਵਿਟੀਜ਼, ਐਗਰੀਕਲਚਰ ਨਾਲ ਰਿਲੇਟਡ ਐਕਟੀਵਿਟੀਜ਼ ਲਾਈਕ ਬੀ ਕੀਪਿੰਗ, ਮਸ਼ਰੂਮ ਫਾਰਮਿੰਗ ਜਾਂ ਡੇਅਰੀ ਫਾਰਮਿੰਗ ਵਗੈਰਾ। ਉਸ ਤੋਂ ਬਾਅਦ ਸੈਕੰਡਰੀ ਹੈ ਜਿਹੜਾ, ਉਹਦੇ ਵਿੱਚ ਇੰਡਸਟਰੀਲਾਈਜੇਸ਼ਨ ਐਂਡ ਟਰਸ਼ਰੀ ਦੇ ਵਿੱਚ ਸਰਵਿਸ ਸੈਕਟਰ। ਇਹਨੇ ਇੱਥੇ ਟਰਾਂਸਪੋਰਟ ਐਂਡ ਬੈਂਕਿੰਗ ਬੁੱਕ ਦੇ ਵਿੱਚ ਲਿਖਿਆ ਹੋਇਆ, ਅਦਰਵਾਈਜ਼ ਤੁਸੀਂ ਕਹਿ ਸਕਦੇ ਹੋ ਸਰਵਿਸਿਜ਼ ਸੈਕਟਰ। ਅਤੇ ਇਹਦੇ ਵਿੱਚ ਕਮਿਊਨੀਕੇਸ਼ਨ, ਟਰਾਂਸਪੋਰਟੇਸ਼ਨ, ਬੈਂਕਿੰਗ, ਇੰਸ਼ੋਰੈਂਸ ਐਂਡ ਕਮਰਸ। ਅਤੇ ਜੇ ਪੰਜਾਬ ਦੇ ਵਿੱਚ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ 2004 ਦੇ ਵਿੱਚ 45% ਲੋਕ, ਲਗਭਗ 45% ਲੋਕ ਐਗਰੀਕਲਚਰਲ ਸੈਕਟਰ ਦੇ ਵਿੱਚ ਸੀ, ਮੀਨਜ਼ ਪ੍ਰਾਇਮਰੀ ਸੈਕਟਰ। ਲਗਭਗ 25% ਲੋਕ ਸੈਕੰਡਰੀ ਸੈਕਟਰ ਮੀਨਜ਼ ਇੰਡਸਟਰੀ ਦੇ ਵਿੱਚ, ਐਂਡ ਲਗਭਗ 30% ਲੋਕ ਟਰਸ਼ਰੀ ਸੈਕਟਰ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀ। ਅਕੋਰਡਿੰਗ ਟੂ 1991 ਸੈਂਸਸ 55.26% ਜਿਹੜੇ ਲੋਕ ਸੀ ਉਹ ਪ੍ਰਾਇਮਰੀ ਸੈਕਟਰ ਦੇ ਵਿੱਚ ਸੀ, ਐਂਡ 14.83% ਜਿਹੜੇ ਸੈਕੰਡਰੀ ਦੇ ਵਿੱਚ, ਐਂਡ 29.89% ਜਿਹੜੇ ਆ ਉਹ ਟਰਸ਼ਰੀ ਸੈਕਟਰ ਦੇ ਵਿੱਚ ਇੰਪਲਾਇਡ ਸੀ। ਪਰ ਜਿਹੜੀ ਇਹ ਪਰਸੈਂਟੇਜ ਆ ਇਹਦੇ ਵਿੱਚ ਚੇਂਜ ਆਈ ਹੈ 2004-05 ਦੇ, ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕੀਤੀ ਹੈ। 45.3% ਹੈ ਜਿਹੜੇ ਉਹ ਐਗਰੀਕਲਚਰ ਦੇ ਵਿੱਚ, 24.87% ਸੈਕੰਡਰੀ ਦੇ ਵਿੱਚ, ਐਂਡ 29.83% ਟਰਸ਼ਰੀ ਸੈਕਟਰ ਦੇ ਵਿੱਚ ਜਿਹੜੇ ਆ ਉਹ ਇਹ ਸੀ ਜਿਹੜੇ ਲੋਕ ਆ ਕੰਮ ਕਰ ਰਹੇ ਸੀ। ਇੱਥੋਂ ਇਹ ਸ਼ੋ ਹੁੰਦਾ ਪਿਆ ਕਿ ਪ੍ਰਾਇਮਰੀ ਜਿਹੜਾ ਸੈਕਟਰ ਆ ਉਹਦੇ ਵਿੱਚ ਡਿਕਰੀਜ਼ ਹੋਈ ਹੈ, ਮੀਨਜ਼ 1991 ਦੇ ਵਿੱਚ 55% ਸੀ, ਅਤੇ 2004 ਐਂਡ 5 ਦੇ ਵਿੱਚ ਉਹ ਪਰਸੈਂਟੇਜ ਡਿਕਰੀਜ਼ ਕਰ ਗਈ 45 ਦੇ ਉੱਤੇ। ਅਤੇ ਇੱਦਾਂ ਹੀ ਸੈਕੰਡਰੀ ਸੈਕਟਰ ਦੇ ਵਿੱਚ ਇਨਕਰੀਜ਼ ਹੋਇਆ। 1991 ਦੇ ਵਿੱਚ ਜਿਹੜੇ ਸੈਕੰਡਰੀ ਸੈਕਟਰ ਦੇ ਵਿੱਚ ਲੋਕ ਕੰਮ ਕਰ ਰਹੇ ਸੀ ਉਹ 14.83%, ਮੀਨਜ਼ ਲਗਭਗ 15%। ਅਤੇ 2004 ਐਂਡ 5 ਦੇ ਵਿੱਚ ਇਹਦੇ ਵਿੱਚ ਇਨਕਰੀਜ਼ ਹੋ ਗਈ 24.87, ਲਗਭਗ 25%, 25%। ਅਤੇ ਇਹ ਆਕਿਊਪੇਸ਼ਨਲ ਸਟਰਕਚਰ ਹੈ ਕਿ ਪੰਜਾਬ ਦੇ ਵਿੱਚ ਆਕਿਊਪੇਸ਼ਨਲ ਸਟਰਕਚਰ ਦੇ ਵਿੱਚ ਦੇਖੀਏ ਤਾਂ ਪ੍ਰਾਇਮਰੀ ਸੈਕਟਰ ਦੇ ਵਿੱਚ ਡਿਕਰੀਜ਼ ਹੋਇਆ, ਜਿਹੜੇ ਲੋਕ ਪ੍ਰਾਇਮਰੀ ਸੈਕਟਰ ਦੇ ਵਿੱਚ ਇਨਵੋਲਵ ਸੀ ਉਹਦੇ ਵਿੱਚ ਕੰਮ ਕਰਦੇ ਵੀ ਸੀ ਉਹਦੇ ਵਿੱਚ ਕਮੀ ਆਈ ਹੈ, ਅਤੇ ਸੈਕੰਡਰੀ ਸੈਕਟਰ ਹੈ ਜਿਹੜਾ ਉਹਦੇ ਵਿੱਚ ਵਾਧਾ ਹੋਇਆ। ਅਤੇ ਟਰਸ਼ਰੀ ਸੈਕਟਰ ਦੇ ਵਿੱਚ ਬਿਨਾਂ ਸ਼ੱਕ ਵਾਧਾ ਹੋਇਆ। 30% ਆਫ ਦੀ ਪਾਪੂਲੇਸ਼ਨ ਇਜ਼ ਅੰਗੇਜਡ ਇਨ ਕਮਰਸ, ਬੈਂਕਿੰਗ, ਇੰਸ਼ੋਰੈਂਸ ਐਂਡ ਅਦਰ ਐਕਟੀਵਿਟੀਜ਼, ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਮਰਸ, ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ, ਜਿੰਨੀਆਂ ਵੀ ਸਰਵਿਸਿਜ਼ ਹੈਗੀਆਂ ਉਹ ਸਾਰੀਆਂ। ਅਤੇ ਇਹ ਡਿਵੈਲਪ ਸੈਕਟਰ ਜਿਹੜਾ ਹੁਣ ਬਣ ਗਿਆ। ਅਤੇ ਆਪਾਂ ਵੈਸੇ ਜੇ ਆਪਾਂ ਬਰੀਫ ਦੇ ਵਿੱਚ ਕਹੀਏ ਤਾਂ ਜਿਹੜੀ ਫਿਰ ਵੀ ਅਜੇ ਤੱਕ ਵੀ ਜਿਹੜੀ ਮੈਕਸੀਮਮ ਪਾਪੂਲੇਸ਼ਨ ਆ ਪੰਜਾਬ ਦੀ ਉਹ ਐਗਰੀਕਲਚਰਲ ਸੈਕਟਰ ਦੇ ਵਿੱਚ, ਪਰ ਟਰਸ਼ਰੀ ਐਂਡ ਸੈਕੰਡਰੀ ਜਿਹੜੇ ਸੈਕਟਰਸ ਆ ਇਹਨਾਂ ਦੇ ਵਿੱਚ ਲਗਾਤਾਰ ਐਗਰੀਕਲਚਰ ਸੈਕਟਰ ਦੇ ਵਿੱਚ ਲਗਾਤਾਰ ਕਮੀ ਆ ਰਹੀ ਹੈ, ਜਿਹੜੇ ਲੋਕ ਇਨਵੋਲਵ ਆ ਉਹਦੇ ਵਿੱਚ, ਅਤੇ ਜਿਹੜੇ ਸੈਕੰਡਰੀ ਐਂਡ ਟਰਸ਼ਰੀ ਸੈਕਟਰ ਆ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਇਨਵੋਲਵਮੈਂਟ ਆ ਉਹ ਵੱਧਦੀ ਪਈ ਹੈ। ਇਹ ਸੀ ਮੈਨ ਪਾਵਰ ਰਿਸੋਰਸਿਸ ਆਫ ਪੰਜਾਬ। ਅਸੀਂ ਅਲੱਗ-ਅਲੱਗ ਪੁਆਇੰਟਸ ਨੂੰ ਲੈ ਕੇ ਮੈਨ ਪਾਵਰ ਰਿਸੋਰਸਿਸ ਦੀ ਡਿਸਕਸ਼ਨ ਜਿਹੜੀ ਕੀਤੀ ਹੈ। ਅਤੇ ਨੈਕਸਟ ਜਿਹੜਾ ਚੈਪਟਰ, ਨੈਕਸਟ ਟੋਪਿਕ ਹੈ ਜਿਹੜਾ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।